ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਇ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ। ਕੋਈ ਨ ਜਾਣੈ ਤੇਰਾ ਕੀਤਾ ਕੇਵੜ ਚੀਰਾ। ਰਹਾਉ। ਵੱਡੇ ਮੇਰੇ ਸਾਹਿਬਾ ਗੁਣੀ ਗਹੀਰਾ, ਕੋਈ ਨ ਜਾਣੈ ਤੇਰਾ ਕੀਤਾ ਕੇਵੜ ਚੀਰਾ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਪ ਜੀ ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਆਓ ਲੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਕਥਾ ਕਰਦੇ ਹੋਏ ਪਹੁੰਚੇ ਹਾਂ ਰਹਿਰਾਸ ਸਾਹਿਬ ਜੀ ਦੇ ਦੂਸਰੇ ਸ਼ਬਦ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਇ, ਕੇਵੜ ਵੱਡਾ ਡੀਠਾ ਹੋਏ। ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 9 ਉੱਪਰ ਸੁਭਾਇਮਾਨ ਹੈ। ਆਓ ਇਸ ਪਵਿੱਤਰ ਸ਼ਬਦ ਦੀ ਜੋ ਰਹਿਰਾਸ ਸਾਹਿਬ ਜੀ ਦਾ ਦੂਸਰਾ ਸ਼ਬਦ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਸ਼ਬਦ ਜਦੋਂ ਉਚਾਰਨ ਕੀਤਾ, ਉਸ ਵੇਲੇ ਦਾ ਸਮਾਂ ਉਥਾਨਕਾ ਕੀ ਹੈ, ਇਸ ਦਾ ਮਕਸਦ ਕੀ ਹੈ, ਆਓ ਆਰੰਭ ਕਰਕੇ ਸਰਵਣ ਕਰੀਏ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀਆਂ ਅਤੇ ਦਾਸ ਦੀਆਂ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਇ, ਕੇਵਡ ਵੱਡਾ ਡੀਠਾ ਹੋਏ। ਜਿਸ ਵੇਲੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਹਿਲੀ ਵਾਰ ਸੱਚਖੰਡ ਵਿੱਚੋਂ ਕਹਿੰਦੇ ਵਾਪਸ ਆਏ ਔਰ ਗੁਰਦੁਆਰਾ ਸਾਹਿਬ ਸੰਤ ਘਾਟ ਦੇ ਅਸਥਾਨ 'ਤੇ ਨਦੀ 'ਚੋਂ ਬਾਹਰ ਨਿਕਲੇ, ਜਿੱਥੇ ਸੇਵਾਦਾਰ ਸਤਿਗੁਰਾਂ ਦੇ ਵਸਤਰ ਲੈ ਕੇ ਖੜਾ ਸੀ, ਉਸ 'ਤੇ ਕਿਰਪਾ ਦ੍ਰਿਸ਼ਟੀ ਪਾਈ, ਨਿਹਾਲ ਕੀਤਾ ਔਰ ਫਿਰ ਉਸ ਨੂੰ ਹੁਕਮ ਦਿੱਤਾ ਕਿ ਜਾਓ ਬੇਬੇ ਨਾਨਕੀ ਨੂੰ ਕਹੋ ਵੀਰ ਆ ਗਿਆ ਹੈ। ਤੇ ਜਦੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭੈਣ ਨਾਨਕੀ ਦੇ ਕੋਲ ਪਹੁੰਚੇ ਤਾਂ ਸਿੱਖ ਸੰਗਤਾਂ ਜੋ ਸਤਿਗੁਰਾਂ ਨੂੰ ਬੜਾ ਪਿਆਰ ਕਰਦੀਆਂ, ਉਹਨਾਂ ਨੂੰ ਨਿਹਾਲ ਕੀਤਾ। ਉਪਰੰਤ ਜੋ ਉੱਥੋਂ ਮੂਲ ਮੰਤਰ ਲੈ ਕੇ ਆਏ ਸਨ ਉਹ ਵੀ ਉਚਾਰਨ ਕੀਤਾ, ਜੋ ਅੱਜ ਵੀ ਗੁਰਦੁਆਰਾ ਸਾਹਿਬ ਸੰਤ ਘਾਟ ਦੇ ਅਸਥਾਨ 'ਤੇ ਦੀਵਾਰ ਦੇ ਉੱਪਰ ਸੰਪੂਰਨ ਨਾਨਕ ਹੋਸੀ ਵੀ ਸੱਚ ਤੱਕ ਲਿਖਿਆ ਹੋਇਆ ਹੈ।
ਕਹਿੰਦੇ ਜਿਸ ਵੇਲੇ ਬੇਬੇ ਨਾਨਕੀ ਜੀ ਦੇ ਕੋਲ ਪਹੁੰਚੇ ਤੇ ਭੈਣ ਨਾਨਕੀ ਨੇ ਪੁੱਛਿਆ, ਵੀਰ ਤੁਸੀਂ ਕਿੱਥੇ ਗਏ ਸੀ? ਪਾਤਸ਼ਾਹ ਕਹਿਣ ਲੱਗੇ, ਮੈਂ ਪਰਮੇਸ਼ਰ ਕੋਲ ਗਿਆ ਸੀ। तो भैन नानकी जी ने पूछना किया, परमेश्वर का रंग रूप स्वरूप कैसा है, कुछ सानू भी दसना करो। उस वेले दसदे है सतगुरु राग पातशाह जी ने, धन धन श्री गुरु नानक देव महाराज जी ने राग आसा दे विच शब्द उचारण किया है, जो गुरबाणी दे विच कुछ फर्कां दे नाल 3 वारी लिखिया गया। पहली बार जपजी साहब दे विच, दूसरी बार रहराज साहब दे विच, और तीसरा जो इसका राग आसा राग है उहदे विच भी उचारण करके लिखना किया पंजवें पातशाह जी ने। धन गुरु नानक देव महाराज जी नूं भैन जी पुछदे हन, भाई साहब जी कृपा करके दसना करो कि परमात्मा कैसा है, कोई सानू भी इहदे बारे ज्ञान बख्शो। तो उस वेले धन धन श्री गुरु नानक देव महाराज जी ने बख्शिश की, आसा महला पहला सुन वड्डा आखै सब कोए। भैन ये दुनिया वेदां शास्त्रां धर्म ग्रंथां जां एक दूजे तो सुन सुन के कह रहे हैं कि परमात्मा बहुत बड़ा है, बहुत बड़ा है, परंतु किसी ने भी उसके बारे ये नहीं कहा कि किड्डा वड्डा है। किड्डा को वड्डा है, केवड़ वड्डा, कितना को वड्डा है ओहो ये बारे किसी ने नहीं दसिया, क्योंकि दसदे ताई जे किसी ने देखिया होवे। केवल वड्डा डीठा होए, जिसने देखिया वही दस सकदा कितना वड्डा है। वड्डा वड्डा आखै सब कोई, गुरबिन सोझी किने ना होई। गुरु तो बगैर इस गल का किसी नूं पता नहीं लगता कि वह किड्डा क वड्डा है। भैन सच तो यह है कि किसी पासों भी उस परिपूर्ण परमेश्वर परमात्मा की कीमत जिहड़ी है वो पाई नहीं जा सकती। उहदे बारे संपूर्ण रूप विच कहा नहीं जा सकता। ना उहदे बारे ते ना ही उसकी साजी हुई सृष्टि के बारे पूरा कुछ कहा जा सकता है। इस करके धन धन श्री गुरु नानक देव जी महाराज कहन लगे, जे कोई थोड़ा बहुत जान भी लैंदा है तो कह नहीं सकता। भगत नामदेव जी ने भी इस विषय के वचन किए, कोई बोले निर्वा कोई बोले दूर, जल की माछली चरे खंजूर, काहे रे बकवाद लायो, जिन हर पायो तिने छपायो। कहने क्यों गप मारे है? जिन्हां ने उस परिपूर्ण परमेश्वर परमात्मा नूं जानना कीता, ਉਹਦੇ ਵਿੱਚ ही मिल गए, ਉਹ कहन जोगे बचे ही नहीं। जिस तरह घड़े का पानी समुद्र ਵਿੱਚ मिल जावे ते पानी ਉਹਦੇ ਵਿੱਚ ਇੱਕਮਿਕ हो सकता, कोई ये नहीं सकता कह सकता कि घड़े वाला पानी ਕਿਹੜਾ है। इस करके कीमत पाए न कहिया जाए, काहे रे बकवाद लायो, जिन हर पायो तिने छपायो। जिन्हां ने उसनूं पाउणा जानना कीता
ਉਹਨਾਂ ਨੂੰ ਹਰੀ ਨੇ ਆਪਣੇ ਵਿੱਚ ਹੀ ਮਿਲਾ ਲਿਆ। ਉਹ ਕਹਿਣ ਜੋਗੇ ਬਚੇ ਹੀ ਨਹੀਂ। ਇਸ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਭੈਣ ਬੇਬੇ ਨਾਨਕੀ ਜੀ ਨੂੰ ਦੱਸ ਰਹੇ ਹਨ, ਭੈਣ ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰਾ ਰਹੇ ਸਮਾਏ। ਕਹਿੰਦੀ ਉਸ ਨੂੰ ਕਹਿਣ ਵਾਲੇ ਜਿਹੜੇ ਸਨ ਉਹ ਉਸ ਦੇ ਵਿੱਚ ਹੀ ਸਮਾ ਗਏ। ਉਹ ਕਹਿਣ ਜੋਗੇ ਬਚੇ ਹੀ ਨਹੀਂ। ਇੱਕ ਉਦਾਹਰਨ ਦਿੰਦੇ ਹਨ, ਕਹਿੰਦੇ ਜਿਵੇਂ ਚਲੀ ਪੁੱਤਰੀ ਲੋਨ ਕੀ ਥਾਏ ਸਿੰਧ ਕੀ ਲੈਣ, ਅਨਾਥ ਆਪੇ ਆਪੇ ਪਈ ਪਲਟ ਕਹੈ ਕੋ ਬੈਣ। ਜਿਵੇਂ ਲੂਣ ਦੀ ਡਲੀ ਪਾਣੀ ਦੇ ਵਿੱਚ ਜਾਂਦੀ ਹੈ ਕਿ ਮੈਂ ਦੇਖ ਕੇ ਆਉਣੀ ਆ ਸਮੁੰਦਰ ਕਿੰਨਾ ਕੁ ਡੂੰਘਾ ਹੈ, ਪਰ ਉਹ ਵਿਚਾਰੀ ਉਹਦੇ ਵਿੱਚ ਜਾਂਦੀ ਜਾਂਦੀ ਉਹਦੇ ਵਿੱਚ ਹੀ ਖੁਰ ਜਾਂਦੀ ਆ। ਇਸੇ ਤਰ੍ਹਾਂ ਹੀ ਜਿਨ੍ਹਾਂ ਨੇ ਉਸ ਨੂੰ ਪਰਮੇਸ਼ਰ ਨੂੰ ਜਾਣਿਆ ਉਹਨਾਂ ਦਾ ਵੱਖਰਾ ਵਜੂਦ ਨਹੀਂ ਰਹਿੰਦਾ, ਫਿਰ ਦੱਸੇ ਕੌਣ। ਇੱਕ ਮਿੱਕ ਹੋ ਜਾਂਦੇ ਆ, ਜਿਵੇਂ 10ਵੇਂ ਪ੍ਰੀਤਮ ਜੀ ਕਹਿੰਦੇ, ਚੇਤਨਾ ਭਇਓ ਹਮਰੋ ਆਵਨ ਕਹਿ, 24 ਰਹੀ ਸੁਰਤ ਪ੍ਰਭ ਚਰਨਨ ਮਹਿ। ਮੈਂ ਉਹਦੇ ਵਿੱਚ ਇੱਕ ਮਿੱਕ ਹੋ ਗਿਆ ਸੀ, ਮੇਰਾ ਬਾਹਰ ਆਉਣ ਨੂੰ ਜੀ ਨਹੀਂ ਸੀ ਕਰਦਾ। ਚਲੋ ਖੈਰ ਪਰਮੇਸ਼ਰ ਨੇ ਹੁਕਮ ਲਾਇਆ, ਮੈਨੂੰ ਉਸ ਦਾ ਹੁਕਮ ਮੰਨ ਕੇ ਆਉਣਾ ਪਿਆ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਭੈਣ ਜੀ ਨੂੰ ਸੰਬੋਧਨ ਕਰਦੇ ਹੋਏ ਤੇ ਨਾਲ ਸਾਨੂੰ ਵੀ ਦੱਸਦੇ ਹੈ, ਬੀਬੀ ਕਹਿਣ ਲੱਗੀ ਬੇਬੇ ਨਾਨਕੀ ਫਿਰ ਵੀਰ ਜੀ ਤੁਸੀਂ ਵੀ ਉਹਦੇ ਵਿੱਚ ਇੱਕਮਿਕ ਹੋ ਗਏ ਹੋ, ਇਹਦਾ ਮਤਲਬ ਆਪ ਜੀ ਦਾ ਆਪਣਾ ਧਿਆਨ ਵੀ ਪ੍ਰਭੂ ਦੇ ਚਰਨਾਂ ਵਿੱਚ ਜੁੜ ਗਿਆ। ਜਿਵੇਂ ਜਹਾਜ਼ ਕਿਧਰੇ ਵੀ ਜਾਂਦਾ ਹੋਵੇ, ਜਿਹੜੀ ਉਹ ਦਿਸ਼ਾ ਦੱਸਣ ਵਾਲੀ ਸੂਈ ਹੁੰਦੀ ਹੈ ਕੰਪਾਸ ਦੀ, ਜਿੰਨਾ ਮਰਜੀ ਜਹਾਜ਼ ਖੇੜੇ ਖਾਈ ਜਾਵੇ ਘੁੰਮੀ ਜਾਵੇ ਪਰ ਸੂਈ ਆਪਣੀ ਦਿਸ਼ਾ ਵੱਲ ਰਹਿੰਦੀ ਆ। ਇਸੇ ਤਰ੍ਹਾਂ ਹੀ ਧੰਨ ਗੁਰੂ ਨਾਨਕ ਦੇਵ ਜੀ ਇਹ ਬ੍ਰਹਮ ਗਿਆਨ ਇਹ ਬਖਸ਼ਿਸ਼ ਬੇਬੇ ਨਾਨਕੀ ਜੀ ਨੂੰ ਕਰ ਰਹੇ ਹਨ, ਜਿਹੜੇ ਉਸ ਪ੍ਰਭੂ ਦੇ ਚਰਨਾਂ ਵਿੱਚ ਲੀਨ ਹੋ ਜਾਂਦੇ ਹਨ। ਫਿਰ ਇਸ ਤੋਂ ਅੱਗੇ ਜੋ ਉਚਾਰਿਆ ਉਹ ਪ੍ਰਭੂ ਦੇ ਸਨਮੁਖ ਬਿਰਤੀ ਦੁਆਰਾ ਹੀ ਉਚਾਰਦੇ ਹਨ। ਭਾਵ ਭੈਣ ਜੀ ਨੂੰ ਦੱਸਦੇ ਦੱਸਦੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਵੀ ਲੀਨ ਹੋ ਗਏ। ਜਿਸ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਬਾਲਾ ਜੀ ਦੇ ਕੋਲੋਂ ਕਥਾ ਸੁਣਦੇ ਸੁਣਦੇ ਕਈ ਵਾਰੀ ਐਸੀ ਸਮਾਧੀ ਵਿੱਚ ਚਲੇ ਜਾਂਦੇ ਕਿ ਹਫਤਾ ਹਫਤਾ ਸਮਾਧੀ ਨਹੀਂ ਸੀ ਖੁੱਲ੍ਹਦੀ, ਆਪਣੇ ਮਾਲਕ ਆਪਣੇ ਪ੍ਰੀਤਮ ਦੇ ਵਿੱਚ ਲੀਨ ਹੋ ਜਾਂਦੇ। ਇਸੇ ਤਰ੍ਹਾਂ ਹੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੇਬੇ ਨਾਨਕੀ ਨੂੰ ਦੱਸਣਾ ਜਦ ਸ਼ੁਰੂ ਕੀਤਾ ਤੇ ਦੱਸਦਿਆਂ ਕਹਿੰਦੇ ਉਹਨਾਂ ਦੀ ਬਿਰਤੀ ਵੀ ਪਰਮੇਸ਼ਰ ਦੇ ਵਿੱਚ ਇੱਕਮਿਕ ਹੋ ਗਈ, ਪਰਮੇਸ਼ਰ ਦੇ ਨਾਲ ਜੁੜ ਗਏ। ਤੇ ਜੁੜੇ ਹੋਏ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣ ਧੰਨ ਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਸੰਬੋਧਨ ਹੋ ਕੇ ਦੱਸਣਾ ਕਰਦੇ ਹਨ, ਵੱਡੇ ਮੇਰੇ ਸਾਹਿਬਾ। ਉਧਰ ਕਨੈਕਟ ਹੋ ਗਈ ਨਾ ਸੁਰਤ, ਦੱਸਦੇ ਪਰਮੇਸ਼ਰ ਨਾਲ ਇੱਕ ਮਿਕ ਹੋ ਗਏ। ਕਹਿੰਦੇ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ,
ਉਹ ਸਮੁੰਦਰ ਦੇ ਨਿਆਈ ਗਹਿਰੇ ਡੂੰਘੇ ਗੰਭੀਰ ਨਿਸ਼ਚਲ, ਜਿਵੇਂ ਸਮੁੰਦਰ ਨੂੰ ਵੇਖੀਏ ਨਾ ਆਪਾਂ ਤੇ ਉੱਪਰੋਂ ਐਦਾਂ ਲੱਗਦਾ ਜਿਵੇਂ ਪਾਣੀ ਖੜਾ ਹੁੰਦਾ, ਪਰ ਥੱਲੇ ਪਤਾ ਨਹੀਂ ਕਿੰਨੀਆਂ ਨਦੀਆਂ ਉਹਦੇ ਵਿੱਚ ਵਗੀ ਜਾਂਦੀਆਂ, ਕਿੰਨੀਆਂ ਧਾਰਾਵਾਂ ਵਗੀ ਜਾਂਦੀਆਂ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੋ ਮੇਰੇ ਮਾਲਕਾ, ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ। ਚੀਰਾ ਭਾਵ ਸ੍ਰਿਸ਼ਟੀ, ਸੰਸਾਰ ਸ੍ਰਿਸ਼ਟੀ ਰੂਪੀ ਵਸਤਰ ਕੱਪੜਾ, ਇਹ ਮਾਇਆ ਰੂਪੀ ਕੱਪੜਾ ਜੋ ਦੁਨੀਆ ਸਾਜੀ ਹੋਈ ਹੈ। ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਅਗਮ ਅਪਾਰੇ। हे मालका, तू बड़ा विशाल है, बड़ा बेअंत है। तेरी इस गल नूं कोई भी नहीं कह सकता कि तू इस सृष्टि रूपी जिहड़ा वस्त्र माया रूपी कपड़ा सृष्टि तैयार कीती है किन्नी क लंबी चौड़ी है। जिस माया रूपी वस्त्र दे विच तू साजी हुई दुनिया रखी है, चीरा चिट्ठी भी हुंदी है, हिसाब किताब, इन्ना हिसाब किताब इन्नी दुनिया का तू कित्थे रखदा, तेरा ये दफ्तर कित्थे है जीवन के हिसाब किताब का। जिमें रहराज साहब जी दे पहले शब्द विच कह रहे सीगे, सो दर तेरा केहा सो घर केहा, जित बह सर्ब संभाले। वो तेरा दर वो तेरा घर किहो जिहा जिथे बैठ के तू सारी दुनिया नूं संभालदा है। किड्डा क वड्डा उस घर दा विस्तार। इस गल नूं कौन कह सकता है, कोई नहीं जानता। कोई न जाने तेरा केता केवड़ चीरा। ज्ञान ध्यान सच गहर गंभीरा, कोई न जाने तेरा चीरा मारू राग। तुमरी गत में तुम ही जानी, नानक दास सदा कुर्बानी। तेरी गति नूं तेरी कीमत नूं तू आप ही जानदा है। ये नानक दा बस तेरे तो कुर्बान जांदा है, बलिहारे जांदा है। रहाओ शब्द की वरतों गुरबाणी विच लगभग सारे शब्दों में कीती गई है। तो रहाओ का मतलब हुंदा रह आओ, रुक जाओ, ठहरो। रोकन का मतलब है कि सिखा जो तू पिछे पढ़िया पहला इनू विचार ना कर। भाई रे गुरमत सच रहाओ, गुरमत विच टिक जाओ, रुक जाओ, गुरमत विच रहो। मैं गुरबाणी आधार है, गुरबाणी लाग रहा। मेरा आसरा गुरु की बाणी है, मैं हमेशा गुरु की बाणी विच लग्या रहा, ये मेरी इच्छा है। सतगुरु नानक देव महाराज जी कहते रहाओ, रुक जाओ, ठहरो। रहाओ दी आसे पासे शब्द का मूल हुंदा, मुढ़ हुंदा, मूल मंत्र हुंदा, भाव शब्द का मेन अर्थ जिहड़ा रहाओ वाली पंक्ति विच होया करदा। रागी सिंह भी इसे करके रहाओ वालियां तुकां नूं अपनी टेक बनाउंदे आ, बार बार तोड़ा उत्थे भनदे आ शब्द दा। इस नूं अस्थाई बना करके फिर उस दे द्वारा वो बाकी शब्द गाउंदे आ ते बार बार उत्थे समाप्ति करदे आ, क्योंकि सारे शब्द दा मेन भाव रहाओ विच हुंदा है।
इस तरह धन धन श्री गुरु नानक देव महाराज जी ने कहा, रहाओ अटकाओ, हदायत की है इत्थे रुक जाओ। जो पढ़िया इनू हिरदे विच वसा लो। रहाओ का मतलब बीजना भी है, भाव हिरदा रूपी खेत भी जो तुसी पिछे पढ़िया पहला उहनू वसाओ। मैं पांडवां ते कौरवां की गल करा, जदों ये बचपन में पढ़िया करते सन स्कूले, सारे बच्चे पढ़न जाते हैं, पंजे पांडव भी जाते हैं, युधिष्ठिर भी जाता है। कहते युधिष्ठिर नूं इन्हां सारे बच्चों नूं एक दिन सबक दिता गया बई सच बोलना चाहिए, ये याद करके आयो। सारे बच्चों ने याद किया, दूजे दिन सुना दिता। मास्टर बच्चों तो सुनन लगे, आए सुनाउण लगे। युधिष्ठिर की वारी आई भी सुना। वो कहन लग्या मेरे हाले याद नहीं होया। वो कहन लगे किहड़ी वड्डी गल सी जिहड़ी तेरे याद नहीं होई बई। कहन लग्या महाराज जिन्ना चिर मैं इहनूं जीवन विच धार नहीं कर लैंदा उन्ना चिर पढ़न दा की फायदा। गल सही आ। युधिष्ठिर नूं पांडवां विच सच पुत्र कहा जांदा। खैर रहाओ का मतलब हिरदे विच रोक लेना, वसा लेना। रहाओ दे बहुत अर्थ बनणगे। रहाओ का अर्थ सेंटर है, जिमें साडे शरीर का सेंटर नाभि है, नाभि केंद्र है। गड्डे दे पहियां विच भी लक्कड़ दे पहियां च एक डंडा हुंदा सी, ਉਹਨੂੰ भी नाभि कहंदे सी। ਉਹ नाभि दे दुआले सारा ਭਈਆ घुमदा, भाव केंद्र। रहाओ वाली पंक्ति दे चुगिरदे सारा शब्द घुमदा है। सियाणियां ने इसका होर भी बहुत अर्थ किए है। तिन्ना अखरां नूं अलग अलग करके इनू गुरु प्यारिओ संधि छेद अर्थ कहते हैं। रारे का मतलब रमिया होया, हाहे का मतलब है कौन, ऊड़े का मतलब ओंकार, ओ अंकार सारी सृष्टि च रमिया होया। रहाओ का यह भी अर्थ है। इस प्रकार रहाओ दे बेअंत हथ हन। भाई साहब जी कहते हैं रहाओ आप जी ने शब्द पढ़े है, मेरा मन लोचा गुर दर्शन ताई बिलप करे चातरक की न्याई। ये चार पौड़ियां, चारों पौड़ियां विच बार बार रहाओ आउंदा है। श्री राग का शब्द है वणजारा, ये 6 वारी रहाओ आउंदा है। तो रहाओ का मतलब है कि जिहड़ी मेल गल समझाई गई है और रहाओ के आसे पासे है, इनू हिरदे विच वसाउणा करो। रहाओ सब सुरती मिल सुरत कमाई। धन धन श्री गुरु नानक देव जी कहन लगे भैन सारे ही सुरती बिरती लाउण वाले पतंजलि वर्गे होर अजकल दे अनेकां ही ऋषि मुनि अपनी सुरती नूं स्वै नूं श्रेष्ठ परमेश्वर विच जोड़ना करदे है। ਉਹਦੇ ਨਾਲ ਪ੍ਰੀਤੀ ਪਾਉਂਦੇ ਆ, ਪ੍ਰਭੂ ਚਰਨਾਂ ਨਾਲ ਜੋੜਦੇ ਆ। ਤੇ ਜਿਹੜੇ ਜੋੜਦੇ ਆ ਉਹਨਾਂ ਦੀ ਸੁਰਤ ਸਾਰਿਆਂ ਤੋਂ ਚੰਗੀ ਹੁੰਦੀ ਹੈ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਕਹਿੰਦੇ ਸਾਰੇ ਸਿਆਣਿਆਂ ਨੇ, ਪ੍ਰਧਾਨ ਨਿਆਇਕਾਂ ਨੇ ਮਿਲ ਪਰਮੇਸ਼ਰ ਨਾਲ ਜੁੜੀਆਂ ਹੋਈਆਂ ਨੇ।
उस परमेश्वर की कीमत पाउनी चाही, उहनूं जानना चाहिया। तो अखीर ते पता लग्या कि वह बहुत छोटे जे परमाणु तो ही प्रगट होया है। भाव किसी वेले वो कुछ भी नहीं सीगा, अपने आपे भी समाया होया सी। अरबद नरबद धुंधुकारा, धन न गगना हुक्म अपारा। ना दिन रैन न चंद न सूरज, सुन समाध लगाएंदा। जिवें राजा इक्को थां ते बैठ के अपने देश नूं चलाउंदा है, उस तरह परमेश्वर हुकूमत करदा है। परमात्मा एक देशी भी है ते हर थां ते भी उहदा हुक्म चल रहा है। सब कीमत मिल कीमत पाई, सारियां ने जानना कीता जद उसनूं। ज्ञानी ध्यानी गुर गुरहाई, वड्डे ज्ञान कथन वालियां ने, ध्यानी ध्यान लाउण वालियां ने। गुर देवतियां ते गुरहाई, देवतियां नूं नाश करन वाले दैंतां ने। अथवा गुरु नूं पूजन वाले सेवकां ने। जिन्हां जिन्हां ने भी उहदा अंत पाउणा चाहिया ते अखीर यही कहना पिया, कहन न जाई तेरी तिल वड़ियाई। असीं तैनूं तिल जिन्ना भी नहीं जान सके। ये सारी सृष्टि उहदे तिल मात्र दे विचों ही पैदा हुई आ। कीता पसाओ एको कवाओ, तिसते होए लख दरियाओ। कुदरत कवन कहाँ विचार, वारिया न जावा एक वार। जो तुद भावै साई भली कार, तू सदा सलामत निरंकार। तेरी तिल वड़ियाई, तेरी तिल मात्र भी कोई वड़ियाई पूरी नहीं कर सकता। सब सत सब तप सब चंगियाइयां। दुनिया दे विच सारे ही सतवादी, सत नूं धारण करन वाले, तपस्या करन वाले तपस्वी, हो दान पुन आदि चंगे कर्म करन वाले, सिद्ध पुरुष जिन्हां ने रिद्धियां सिद्धियां ताकतां प्राप्त कीतियां। जिन्हां नूं बड़ियां वडियाइयां प्राप्त हुंदियां दुनिया दे विच, वो भी तेरे बारे पूरा दस नहीं सके ते उन्हां नूं इह वडियाई तैथों ही मिली आ। सतगुर नूं अपनी वडियाई भावदी गुरसिखां की जयकार करावे। सतगुर नूं अपनी वडियाई चंगी लगदी है, पर फिर भी वो अपने प्यारियां नूं वडियाई दे दिंदा ते प्यारे ओहदी वडियाई करदे आ, दुनिया प्यारियां दी करदी आ। पर जिन्हां जिन्हां नूं जो भी ताकतां प्राप्त होईयां, जो दातां प्राप्त होईयां, ये सब तैथों ही प्राप्त होईयां। तुद बिन सिद्धि किनै न पाईया, कर्म मिलै नाही ठाकर हाईया। ते जिन्हां नूं तू देना चाहें, जिन्हां ते तू बख्शिश करनी चाहें, फिर तेरी बख्शिश नूं कोई रोक भी नहीं सकदा। जिन्हां ते तेरी बख्शिश हो जावे, फिर उस बख्शिश नूं कोई कट भी नहीं सकदा। ये भी सच्ची गल है। जिन्हों तू देना जो वो दे के ही रहिंदा है, कोई उसदे कर्मां नूं बदल नहीं सकदा। कर्म मिलै नाही ठाकर हाईया, ते जिन्हों नहीं मिलनियां लखा जतनां द्वारा भी नहीं मिलदियां। आखण वाला क्या विचारा, हे प्रभु ये तुच्छ नानक, ये तुच्छ जीव कौन है
ਵਿਚਾਰਾ ਜਿਹੜਾ ਤੈਨੂੰ ਪੂਰਾ ਕਹਿ ਸਕੇ। ਬੇਬੇ ਨਾਨਕੀ ਨੂੰ ਦੱਸਦੇ ਦੱਸਦੇ ਧੰਨ ਗੁਰੂ ਨਾਨਕ ਦੇਵ ਜੀ ਪਰਮੇਸ਼ਰ ਦੇ ਨਾਲ ਇੱਕਮਿਕ ਹੋ ਗਏ, ਉਹਦੇ ਨਾਲ ਜੁੜ ਗਏ। ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ ਤਿਸੇ ਕਿਆ ਚਾਰਾ। ਜਿਹਨੂੰ ਤੂੰ ਦੇਣਾ ਚਾਹੇ ਉਸ ਦੇ ਨਾਲ ਕਿਸੇ ਦਾ ਜ਼ੋਰ ਯਤਨ ਚੱਲ ਨਹੀਂ ਸਕਦਾ। ਭਾਵ ਉਹਦੇ ਕੋਲੋਂ ਤੇਰੀ ਦਿੱਤੀ ਹੋਈ ਦਾਤ ਨੂੰ ਕੋਈ ਖੋਹ ਨਹੀਂ ਸਕਦਾ। ਨਾਨਕ ਸੱਚ ਸਵਾਰਨਹਾਰਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਭੈਣ ਉਹ ਸੱਚਾ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਸਭ ਤੇ ਕਿਰਪਾ ਕਰਨ ਵਾਲਾ ਹੈ, ਆਪਣੇ ਪਿਆਰਿਆਂ ਦੇ ਹਿਰਦੇ ਨੂੰ ਸਾਫ਼ ਕਰਨ ਵਾਲਾ ਹੈ, ਜੁਗਿਆਸੂਆਂ ਦਾ ਅੰਤਿਸ਼ ਕਰਨ ਸਵਾਰਨ ਵਾ ਕੇ ਆਪਣੇ ਵਿੱਚ ਮਿਲਾ ਲੈਣ ਵਾਲਾ ਹੈ। ਐਸਾ ਪਰਿਪੂਰਨ ਪਰਮੇਸ਼ਰ ਪਰਮਾਤਮਾ ਹੈ ਜਿਸ ਦੇ ਬਾਰੇ ਕਹਿਣਾ ਬਹੁਤ ਔਖਾ ਹੈ। ਲੱਖਾਂ ਖੰਡਾਂ ਬ੍ਰਹਿਮੰਡਾਂ ਸਤਿਪੁਰਸ਼ਾਂ ਦੇ ਹਿਰਦੇ ਵੀ ਸਮਾਇਆ ਹੋਇਆ ਉਹ, ਤੇ ਜਿਨ੍ਹਾਂ ਨੂੰ ਉਸ ਦਾ ਆਨੰਦ ਮਿਲ ਗਿਆ ਉਹਨਾਂ ਦੇ ਵਰਗੇ ਦੁਨੀਆ ਵਿੱਚ ਕੋਈ ਵੀ ਨਹੀਂ ਹੈ। ਐਸਾ ਪਰਿਪੂਰਨ ਪਰਮੇਸ਼ਰ ਪਰਮਾਤਮਾ ਹੈ। ਨਾਨਕ ਸੱਚ ਸਵਾਰਨਹਾਰਾ। ਧੰਨ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਹਨ ਕਿ ਉਹ ਸੱਚੇ ਨਾਮ ਨੂੰ ਜਪਦੇ ਹੋਏ ਹੋਰਨਾਂ ਨੂੰ ਸੱਚ ਦਾ ਉਪਦੇਸ਼ ਦੇ ਕੇ ਉਹਨਾਂ ਦੇ ਜੀਵਨ ਨੂੰ ਸਵਾਰਨ ਵਾਲੇ ਬਣ ਜਾਂਦੇ ਹਨ, ਜਿਹੜੇ ਤੈਨੂੰ ਜਪਦੇ ਹੈ। ਭਾਵ ਜਿਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਜੀ ਭਾਈ ਮੰਝ ਤੇ ਬਖਸ਼ਿਸ਼ ਕਰਦੇ ਹਨ, ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਨਹਾਰਾ। ਇਹ ਮੰਝ ਤਾਂ ਮੇਰਾ ਸਮੁੰਦਰੀ ਬੇੜਾ ਬਣ ਗਿਆ, ਹੁਣ ਦੁਨੀਆ ਇਹਦੇ ਰਾਹੀਂ ਪਾਰ ਹੋਵੇਗੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਸਨ, ਇਹੋ ਜਿਹੇ ਸਤਿਪੁਰਸ਼ ਪਰਮ ਬ੍ਰਹਮ ਬੇਤੇ ਜੋ ਸਤ ਸਰੂਪ ਹੋ ਗਏ, ਜੋ ਇਹਦੇ ਨਾਲ ਇੱਕਮਿਕ ਹੋ ਗਏ ਅਤੇ ਹੋਰਨਾਂ ਗੁਰਸਿੱਖਾਂ ਦੇ ਜੀਵਨ ਨੂੰ ਵੀ ਸਮਾਰਨ ਵਾਲੇ ਬਣ ਜਾਂਦੇ ਹਨ, ਉੱਥੇ ਪਰਮੇਸ਼ਰ ਆਪ ਵਸ ਜਾਂਦਾ ਹੈ। ਇਹ ਸੀ ਉਸ ਪਰਮੇਸ਼ਰ ਦੇ ਸਿਫਤੀ ਭਰੇ ਖਜ਼ਾਨੇ ਦੀ ਗੱਲ। ਸਿਫਤੀ ਭਰੇ ਤੇਰੇ ਭੰਡਾਰਾ, ਤੇਰੇ ਖਜ਼ਾਨੇ ਸਿਫਤਾਂ ਦੇ ਭਰੇ ਹੋਏ, ਤੇ ਆਪਣੀਆਂ ਵਡਿਆਈਆਂ ਜਿਨ੍ਹਾਂ ਨੂੰ ਦੇਵੇਂ ਉਹਨਾਂ ਦੇ ਨਾਲ ਕਿਸੇ ਦਾ ਕੀ ਜੋਰ ਚੱਲ ਸਕਦਾ। ਜਿਸ ਤੋਂ ਦੇ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਨਹਾਰਾ। ਇਹ ਸੀ ਪਵਿੱਤਰ ਸ਼ਬਦ ਰਹਿਰਾਸ ਸਾਹਿਬ ਜੀ ਦਾ ਦੂਸਰਾ, ਜੋ ਲੜੀਵਾਰ ਗੁਰਬਾਣੀ ਮੁਤਾਬਕ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਅੰਗ 9 ਪਰ ਸੁਭਾਇਮਾਨ ਹੈ। ਅਗਲੇ ਸ਼ਬਦ ਦੀ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ, ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ, ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।